ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਬੀਜੇਪੀ ਦੇ ਉਮੀਦਵਾਰ ਸਰਦਾਰ ਬਲਜਿੰਦਰ ਸਿੰਘ ਦਕੋਹਾ, ਜਿਨ੍ਹਾਂ ਨੂੰ ਬੀਜੇਪੀ ਨੇ ਨਰਿੰਦਰ ਮੋਦੀ ਨੇ ਭਰੋਸਾ ਕਰਕੇ ਇਹਨਾਂ 'ਤੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ, ਉਹ ਸਾਡੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸ਼੍ਰੀਮਾਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਆਪਣੇ ਇਸ ਹਲਕੇ ਵਿੱਚ ਆਉਣ 'ਤੇ, ਮੇਰੇ ਘਰ ਤੁਹਾਡਾ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੀ। ਸ਼੍ਰੀਮਾਨ ਜੀ, ਤੁਸੀਂ ਇਹ ਪਹਿਲੀ ਵਾਰ ਜਿਹੜੇ ਹਲਕਾ ਵਿਧਾਇਕ ਦੇ ਤੌਰ ਦੇ ਉੱਤੇ ਤੁਸੀਂ ਇਹ ਉਮੀਦਵਾਰ ਬਣੇ ਹੋ, ਕਿੰਨਾ ਕੁ ਖੁਸ਼ੀ ਮਹਿਸੂਸ ਕਰ ਰਹੇ ਹੋ? ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ JP ਨੱਡਾ ਜੀ, ਜੋ ਸਾਡੇ ਰਾਸ਼ਟਰੀ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ, ਸ਼੍ਰੀ ਅਮਿਤ ਸ਼ਾਹ ਜੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਔਰ ਸਭ ਤੋਂ ਵੱਧ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਔਰ ਸਮੁੱਚੀ ਹਾਈ ਕਮਾਂਡ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ 'ਤੇ ਐਡਾ ਵੱਡਾ ਭਰੋਸਾ ਕਰਕੇ ਅਤੇ ਮੈਨੂੰ ਇਸ ਹਲਕੇ ਦਾ ਨੁਮਾਇੰਦਾ ਚੁਣ ਕੇ ਪਾਰਟੀ ਵੱਲੋਂ ਇੱਥੇ ਭੇਜਿਆ। ਮੈਂ ਪਾਰਟੀ ਦੀ ਦਿਨ ਰਾਤ ਜਿੰਨੇ ਜੋਗਾ ਸੇਵਾ ਕਰਦਾ ਰਿਹਾ ਅਤੇ ਅੱਗੇ ਤੋਂ ਵੀ ਕਰਦਾ ਰਹਾਂਗਾ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਮੈਂ ਬਹੁਤ ਧੰਨਵਾਦ ਕਰਦਾ ਉਸ ਅਕਾਲ ਪੁਰਖ ਦਾ, ਕੇਂਦਰੀ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦਾ, ਜਿਨ੍ਹਾਂ ਮੈਨੂੰ ਐਡਾ ਵੱਡਾ ਮਾਣ ਬਖਸ਼ਿਆ। ਤੁਸੀਂ ਪਹਿਲਾਂ ਦੂਸਰੀਆਂ ਰਵਾਇਤੀ ਪਾਰਟੀਆਂ ਵਿੱਚ ਵੀ ਰਹੇ ਹੋ, ਇੱਧਰ ਆਉਣ ਦਾ ਕਿਵੇਂ ਮਨ ਬਣਿਆ ਤੁਹਾਡਾ? ਮੈਂ ਲਗਭਗ 25 ਸਾਲ ਤੋਂ ਆਪਣੇ ਹਲਕੇ ਦੇ ਵਿੱਚ ਆਪਣੀ ਸੰਗਤ ਦੀ, ਆਪਣੇ ਇਲਾਕੇ ਦੀ, ਲੋਕਾਂ ਦੀ ਦਿਨ ਰਾਤ ਨਿਰਸਵਾਰਥ ਸੇਵਾ ਕੀਤੀ ਹੈ ਜੀ। ਮੈਂ ਉਸ ਅਕਾਲ ਪੁਰਖ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਜੀ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅੱਜ ਤੱਕ ਲੁੱਟਿਆ ਕੁੱਟਿਆ ਨਹੀਂ। ਜਿਸ ਤਰ੍ਹਾਂ ਆਮ ਲੀਡਰਾਂ ਦੀ ਇੱਕ ਰਵਾਇਤ ਹੁੰਦੀ ਹੈ, ਉਸੇ ਹੀ ਕਰਕੇ ਲੋਕ ਮੈਨੂੰ ਪੂਰਾ ਮਾਣ ਸਤਿਕਾਰ ਦੇ ਰਹੇ ਨੇ। ਮੈਂ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਂਦਾ, ਜਿੱਥੇ ਤਾਂ ਸਾਡੀ ਪਾਰਟੀ ਦੀ ਗੱਲ ਹੈ, ਉਹ ਤੋਂ ਅੱਗੇ ਚੱਲ ਕੇ ਲੋਕ ਮੇਰੇ ਨਿੱਜੀ ਪਿਆਰਤਾ ਕਰਕੇ ਵੀ ਮੇਰੇ ਨਾਲ ਪੂਰਾ ਸਾਥ ਦੇ ਰਹੇ ਨੇ, ਮੋਢੇ ਨਾਲ ਮੋਢਾ ਲਾ ਕੇ ਨਾਲ ਚੱਲ ਰਹੇ ਨੇ। ਸੋ ਉਹ ਜਿਵੇਂ ਤੁਹਾਨੂੰ ਕਾਮਯਾਬੀ ਮਿਲਦੀ ਹੈ, ਅਤੇ ਫਿਰ ਸਭ ਤੋਂ ਪਹਿਲਾਂ ਤੁਹਾਡਾ ਕਿਸ ਕੰਮ ਨੂੰ ਤੁਸੀਂ ਪਹਿਲ ਦਿਓਗੇ? ਇੱਕ ਗੱਲ ਤੁਹਾਡੀ ਵਿੱਚ ਰਹਿ ਗਈ, ਮੇਰੇ ਵੀ ਥੋੜ੍ਹਾ ਜਿਹਾ ਜਿਹਨ 'ਚੋਂ ਭੁੱਲ ਗਈ ਕਿ ਤੁਸੀਂ ਇੱਧਰ ਪਾਰਟੀ 'ਚ ਆਉਣ ਦਾ ਮਨ ਕਿਵੇਂ ਬਣਾਇਆ? ਜੀ। ਮੈਂ ਬੜਾ ਲੰਬਾ ਸਮਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸੇਵਾ ਕੀਤੀ ਹੈ, ਪਰ ਮੈਂ ਇਹ ਵੇਖਿਆ ਕਿ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਬੜੀ ਹੋਰ ਤਰ੍ਹਾਂ ਦੀ ਆ, ਕਿਉਂਕਿ ਉੱਥੇ ਪੈਸੇ ਦੀ ਧੌਂਸ ਵਾਲੇ ਅਤੇ ਚਿੱਟ ਕੱਪੜੇ ਪਾ ਕੇ ਫਿਰਨ ਵਾਲੇ ਲੋਕਾਂ ਨੂੰ ਜਿਹੜੀ ਉਹ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਵਰਕਰ ਦੀ ਜਿਹੜੀ ਉੱਥੇ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ। ਇਸੇ ਕਰਕੇ ਹੀ ਮੈਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਰਸਤਾ ਚੁਣਿਆ, ਕਿਉਂਕਿ ਇਸ ਪਾਰਟੀ ਦੇ ਵਿੱਚ ਵਰਕਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਮੈਂ ਇਸ ਗੱਲੋਂ ਵੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਜਿੰਨਾ ਸਮਾਂ ਮੈਂ ਦੂਸਰੀਆਂ ਪਾਰਟੀਆਂ ਦੇ 'ਚ ਗੁਜ਼ਾਰਿਆ, ਜੇਕਰ ਮੈਂ ਇਹ ਸਮਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਲਾਇਆ ਹੁੰਦਾ ਤਾਂ ਹੋ ਸਕਦਾ ਹੈ ਮੈਨੂੰ ਹੋਰ ਵੀ ਵੱਡਾ ਮਾਣ ਕੋਈ ਪਾਰਟੀ ਵੱਲੋਂ ਮਿਲਦਾ। ਔਰ ਅੱਜ ਵੀ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਬਹੁਤ ਵੱਡੀ ਜਿਹੜੀ ਆ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਨੇ ਮੇਰੇ ਮੋਢਿਆਂ 'ਤੇ ਪਾਈ ਹੈ ਜੀ। ਮੇਰਾ ਦੂਸਰਾ ਸਵਾਲ ਸੀ ਕਿ ਤੁਸੀਂ ਜਦੋਂ ਜਿੱਤਦੇ ਹੋ, ਜਿੱਤ ਪ੍ਰਾਪਤ ਹੁੰਦੀ ਹੈ, ਅਤੇ ਫਿਰ ਪਹਿਲਾ ਤੁਹਾਡਾ ਕਾਰਜ ਕੀ ਹੋਏਗਾ ਹਲਕੇ ਦੇ ਲੋਕਾਂ ਲਈ? ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਕਾਸ ਦੇ ਪੱਖੋਂ ਅਜੇ ਵੀ ਬਹੁਤ ਪਛੜਿਆ ਹੈ। ਜਿਹੜਾ ਸਾਡਾ ਹਲਕਾ ਹੈ, ਇਸ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਅਲਾਇੰਸ ਸੀਗਾ, ਔਰ ਇੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਥੀ ਬਹੁਤ ਘੱਟ ਨੇ, ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ। ਪਹਿਲਾਂ ਜਿਹੜੀ ਪਾਰਟੀ ਆ ਉਹ ਰਲ ਮਿਲ ਕੇ ਕੰਮ ਕਰਦੀ ਰਹੀ ਹੈ। ਭਾਵੇਂ ਸਾਡੇ ਇੱਥੋਂ ਲੋਕ ਸਭਾ ਦੇ ਉਮੀਦਵਾਰ ਜਿੱਤਦੇ ਵੀ ਰਹੇ ਨੇ, ਪਰ ਫਿਰ ਵੀ ਇੱਥੇ ਜ਼ਿਆਦਾਤਰ ਜਿਹੜੀ ਗੱਲ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੱਲਦੀ ਰਹੀ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਜੇ ਮੇਰੀ ਜ਼ਿੰਮੇਵਾਰੀ ਇੱਥੇ ਲਾਈ ਆ, ਅਤੇ ਮੇਰੀ ਸਭ ਤੋਂ ਪਹਿਲੀ ਤਰਜੀਹ ਹੋਊਗੀ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਨੌਜਵਾਨ ਤਬਕਾ ਆ, ਮੈਂ ਉਹਨਾਂ ਲਈ ਕੋਈ ਉਪਰਾਲਾ ਕਰ ਸਕਾਂ, ਉਹਨਾਂ ਦੇ ਰੁਜ਼ਗਾਰ ਲਈ ਕੋਈ ਉਪਰਾਲਾ ਕਰ ਸਕਾਂ, ਕੋਈ ਇਲਾਕੇ ਦੇ ਵਿੱਚ ਇੰਡਸਟਰੀ ਲਿਆ ਸਕਾਂ। ਉਸ ਤੋਂ ਅੱਗੇ ਚੱਲ ਕੇ ਮੇਰੇ ਹਲਕੇ ਦੇ ਵਿੱਚ ਸਿਹਤ ਸਹੂਲਤਾਂ ਦੇ ਪੱਖੋਂ ਬਹੁਤ ਜਿਹੜਾ ਉਹ ਬੁਰਾ ਹਾਲ ਹੈ। ਮੇਰੇ ਮਨ ਦੀ ਇੱਛਾ ਆ ਕਿ ਮੈਂ ਆਪਣੇ ਹਲਕੇ ਦੇ ਵਿੱਚ ਇੱਕ ਵਧੀਆ ਮੈਡੀਕਲ ਕਾਲਜ ਅਤੇ ਇੱਕ ਬਹੁਤ ਵੱਡਾ ਹੌਸਪੀਟਲ ਇੱਥੇ ਬਣਾਵਾਂ। ਉਸ ਤੋਂ ਉਪਰੰਤ ਕੁਝ ਸਾਡੇ ਸੜਕਾਂ ਜਿਹੜੀਆਂ ਬਹੁਤ ਛੋਟੀਆਂ ਨੇ, ਭਾਵੇਂ ਉਹ ਵੱਡੀਆਂ ਸੜਕਾਂ ਨੂੰ ਜੋੜਦੀਆਂ ਨੇ, ਬਹੁਤ ਪਿੰਡਾਂ ਦੇ ਵਿੱਚੋਂ ਦੀ ਲੰਘਦੀਆਂ ਨੇ। ਮੇਰੀ ਮਨ ਦੀ ਆਸ਼ਾ ਹੈ ਕਿ ਮੈਂ ਉਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਸੜਕ ਬਣਾ ਕੇ
ਤੇ ਉਹ ਲੋਕਾਂ ਨੂੰ ਜਿਹੜੀ ਚਿਰੋਕਣੀ ਮੰਗ ਵਾ ਉਹਨੂੰ ਮੈਂ ਪੂਰੀ ਕਰ ਸਕਾਂ। ਉਹਦੇ ਨਾਲ ਹੀ ਸਾਡੇ ਇੱਥੇ 2 ਪਵਿੱਤਰ ਸਥਾਨ ਨੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਮਦਮਾ ਸਾਹਿਬ ਗੁਰਦੁਆਰਾ, ਉੱਥੇ ਉਹਨਾਂ ਲੋਕਾਂ ਦੀ ਜੋ ਭਾਵਨਾ ਵਾ ਉਸ ਨੂੰ ਲੈ ਕੇ ਕੁਛ ਕਰ ਸਕਾਂ। ਔਰ ਧੰਨ ਧੰਨ ਬਾਬਾ ਨਾਮਦੇਵ ਜੀ ਦੇ ਵੀ ਪਵਿੱਤਰ ਸਥਾਨ ਇੱਥੇ ਨੇ, ਮੈਂ ਉਹਨਾਂ ਸਥਾਨਾਂ ਲਈ ਵੀ ਕੋਈ ਆਪਣਾ ਬਣਦਾ ਯੋਗਦਾਨ ਪਾ ਸਕਾਂ। ਸੋ ਸੋ ਬਲਵਿੰਦਰ ਸਿੰਘ ਲਾਡੀ ਜੀ ਇੱਥੋਂ ਦੇ ਹਲਕਾ ਵਿਧਾਇਕ ਰਹੇ ਨੇ, ਤੇ ਉਹਨਾਂ ਦੇ ਆਉਣ ਨਾਲ ਤੁਹਾਨੂੰ ਕਿੰਨਾ ਕੁ ਬਲ ਮਿਲੇਗਾ? ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਵੱਡੇ ਭਰਾ ਸ਼੍ਰੀ ਬਲਵਿੰਦਰ ਸਿੰਘ ਜੀ ਲਾਡੀ, ਜਿਨ੍ਹਾਂ ਨੇ 5 ਸਾਲ ਇਸ ਹਲਕੇ ਤੋਂ ਬਤੌਰ ਵਿਧਾਇਕ ਕਾਂਗਰਸ ਪਾਰਟੀ ਵੱਲੋਂ ਸੇਵਾ ਕੀਤੀ ਹੈ, ਉਹਨਾਂ ਦੀਆਂ ਆਪਣੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਨੇ ਜਾਂ ਪਾਰਟੀ ਪ੍ਰਤੀ ਉਹਨਾਂ ਦਾ ਕੋਈ ਸੰਦੇਹ ਹੋ ਸਕਦਾ ਹੈ, ਪਰ ਉਹ ਅੱਜ ਸਾਡੀ ਪਾਰਟੀ ਦੇ ਨਾਲ ਚੱਲ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ। ਮੈਨੂੰ ਉਹਨਾਂ ਦਾ ਬਹੁਤ ਵੱਡਾ ਮਾਣ ਮਿਲਿਆ, ਬਲ ਮਿਲਿਆ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸਾਥੀ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਨਾਲ ਪੁਰਾਣੇ ਕੰਮ ਕਰਦੇ ਰਹੇ ਨੇ। ਅੱਜ ਉਹਨਾਂ ਸਾਰਿਆਂ ਦਾ ਸਾਥ ਲੈ ਕੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਤੇ ਜਿੱਤ ਦੇ ਨੇੜੇ ਚੱਲੇ ਹਾਂ। ਸੋ ਮੇਰਾ ਅਖੀਰਲਾ ਸਵਾਲ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ, ਉਸ ਬਾਰੇ ਤੁਸੀਂ ਕੀ ਕਹੋਗੇ? ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਲਈ ਆ। ਉਸੇ ਲੜੀ ਦੇ ਤਹਿਤ ਉਹਨਾਂ ਨੇ ਇਹ ਦੇਸ਼ ਦੇ ਜਿਹੜੇ ਉਹ ਖੇਤੀ ਕਾਨੂੰਨ ਬਣਾਏ ਸੀ, ਭਾਵੇਂ ਤਾਂ ਉਹ ਕਿਸਾਨਾਂ ਦੇ ਹਿੱਤਾਂ ਲਈ ਸਨ, ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਨਹੀਂ ਸਕੇ। ਪਰ ਜੇਕਰ ਕਿਸਾਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਬੜੀ ਵੱਡੀ ਫਰਾਕ ਦਿਲੀ ਵਿਖਾਉਂਦੇ ਆਇਆ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ। ਮੈਂ ਇਹ ਸਮਝਦਾ ਕਿ ਹੁਣ ਕਿਸਾਨਾਂ ਨੂੰ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਵੇਖੋ, ਲੋਕਤੰਤਰ ਆ, ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਜਿਹੜੇ ਕਿਸਾਨ ਅਸਲੀ ਨੇ, ਜਿਹੜੇ ਗੱਲ ਨੂੰ ਸਮਝ ਚੁੱਕੇ ਨੇ ਕਿ ਵਾਕਿਆ ਹੀ ਜਾਂ ਇਹ ਕਾਨੂੰਨ ਵਾਪਸ ਹੋ ਗਏ ਨੇ, ਗੱਲ ਨਹੀਂ ਕਰਨੀ ਚਾਹੀਦੀ, ਜਾਂ ਸਾਡੇ ਕਾਨੂੰਨ ਹਿੱਤ ਦੇ ਵਿੱਚ ਸੀ, ਸਾਨੂੰ ਸਮੇਂ ਸਿਰ ਨਹੀਂ ਪਤਾ ਚੱਲ ਸਕਿਆ, ਉਹ ਤੇ ਵਿਰੋਧ ਨਹੀਂ ਕਰ ਰਹੇ। ਪਰ ਜਿਹੜੇ ਕਈ ਕਿਸਾਨ ਜਿਹੜੇ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਰਲੇ ਨੇ, ਉਹ ਕਿਸਾਨ ਜਥੇਬੰਦੀਆਂ ਦੇ ਝੰਡੇ ਦੀ ਆੜ ਦੇ ਹੇਠ ਜਿਹੜਾ ਉਹ ਸਾਡਾ ਵਿਰੋਧ ਕਰ ਰਹੇ ਨੇ। ਮੇਰੇ ਸਮਰਥਕ ਵੀ ਪਿੰਡਾਂ ਵਿੱਚ ਜਾਂਦੇ ਨੇ, ਉਹਨਾਂ ਨੂੰ ਵੀ ਉਹ ਕਈ ਜਗ੍ਹਾ 'ਤੇ ਕੋਈ 1 2 3 ਬੰਦੇ ਰਲ ਕੇ ਜਿਹੜੇ ਇਸ਼ਤਿਹਾਰ ਲਾਉਣ ਤੋਂ, ਝੰਡੇ ਲਾਉਣ ਤੋਂ ਵਰਜਿਤ ਕਰਦੇ ਨੇ। ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ, ਅਸੀਂ ਆਪਣੇ ਹਲਕੇ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ। ਮੈਂ ਆਪਣੇ ਸਮਰਥਕਾਂ ਨੂੰ, ਆਪਣੇ ਵਰਕਰ ਸਾਥੀਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ। ਜੇ ਕੋਈ ਤੁਹਾਨੂੰ ਸਾਥੀ, ਕੋਈ ਸਾਡਾ ਭਰਾ ਗੁੰਮਰਾਹ ਹੋ ਕੇ ਜਾਂ ਪਾਰਟੀਬਾਜ਼ੀ ਕਰਕੇ ਤੁਹਾਨੂੰ ਕਿਸੇ ਗੱਲ ਦਾ ਕੋਈ ਇਸ ਗੱਲ ਦਾ ਤੰਜ ਕਰਦਾ ਤੇ ਤੁਸੀਂ ਉਹਦਾ ਵਿਰੋਧ ਨਹੀਂ ਕਰਨਾ। ਕਿਰਪਾ ਕਰਕੇ ਹੱਥ ਜੋੜ ਕੇ ਉਹਨਾਂ ਤੋਂ ਤੁਸੀਂ ਵਾਪਸ ਆ ਜਾਣਾ। ਜਿਸ ਕੰਧ 'ਤੇ ਉਹ ਝੰਡਾ ਬੈਨਰ ਲਾਉਣ ਤੋਂ ਇਤਰਾਜ਼ ਕਰਦਾ, ਉੱਥੇ ਤੁਸੀਂ ਨਹੀਂ ਲਾਉਣਾ, ਦੂਸਰੀ ਜਗ੍ਹਾ 'ਤੇ ਲਾ ਦਿਓ। ਸਾਨੂੰ ਲੋਕਾਂ ਦਾ ਬਹੁਤ ਵੱਡਾ ਅੰਦਰ ਖਾਤੇ ਜਿਹੜਾ ਉਹ ਮੇਰੀ ਕੰਮ ਦਾ ਕਰਕੇ, ਮੇਰੇ ਲੋਕਾਂ ਦਾ ਪਿਆਰ ਦੇ ਕਰਕੇ ਸਹਿਯੋਗ ਮਿਲ ਰਿਹਾ। ਮੈਨੂੰ ਆਸ ਹੈ ਕਿ ਅਸੀਂ ਇਸ ਹਲਕੇ ਤੋਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਂਗੇ।